श्री वाहिगुरु साहिब जी। बाणी गुरु गुरु है बाणी, विच बाणी अमृत सारे। गुरु बाणी कह सेवक जन मन, पर तख गुरु निस्तारे। बाणी बिरलो विचार से, जे को गुरुमुख होए। एह बाणी महापुरख की, निज घर वास होए। श्री राग महला पंजवा। संच हर धन पूज सतगुर, छोड़ सगल विकार। जिन तू साज सवारिया, हर सिमर हुए उदार। संच हर धन पूज सतगुर, छोड़ सगल विकार। जिन तू साज सवारिया, हर सिमर हुए उदार। जप मन नाम एक अपार, प्राण मन तन जिन है दिया। हृदय का आधार रहा। काम क्रोध अहंकार माते, व्याप्या संसार। पौ संत शरणी लाग चरनी, मिटा दुख अंधार। सत संतोख दया कमावे, एह करनी सार। आप छोड़ सब होए रेणा, जिस देह प्रभ निरंकार। जो दिसै सो सगल तू है, पसरिया पासार। कहो नानक गुर परम काटिया, सगल ब्रह्म विचार। जो दिसै सो सगल तू है, पसरिया पासार। कहो नानक गुर परम काटिया, सगल ब्रह्म विचार। वाहिगुरु जी का खालसा, वाहिगुरु जी की फतेह। चल रही लड़ीवार गुरु शब्द ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਮੋਤੀ ਬਾਗ, ਉਹਨਾਂ ਪਾਸੋਂ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਕੱਲ੍ਹ 11 ਤਰੀਕ ਨੂੰ ਹੈ।
ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਬੜੀ ਸ਼ਰਧਾ ਉਮਾ ਚਾਅ ਨਾਲ ਮਨਾਇਆ ਜਾ ਰਿਹਾ ਹੈ। ਆਪ ਸੰਗਤਾਂ ਪ੍ਰਤੀ ਬੇਨਤੀ ਹੈ, ਕੱਲ੍ਹ 11 ਤਰੀਕ ਨੂੰ ਸ਼ਾਮਾਂ ਦੇ ਦੀਵਾਨਾਂ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਹਰਜਸ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ। ਅੰਮ੍ਰਿਤ ਸੰਚਾਰ ਹਰ ਐਤਵਾਰ ਇਸ ਪਾਵਨ ਸਥਾਨ 'ਤੇ ਹਰ ਬੁੱਧਵਾਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੁੰਦਾ ਹੈ। ਕੇਸੀ ਇਸ਼ਨਾਨ ਕਰਕੇ ਦਿਨ ਦੇ 11 ਵਜੇ ਪਹੁੰਚ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਦਿੱਲੀ ਦੇ ਇਤਿਹਾਸਕ ਗੁਰੂ ਧਾਮਾਂ ਦੀ ਕਾਰ ਸੇਵਾ ਸਤਿਕਾਰਯੋਗ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ। ਆਸ ਬੇਨਤੀਆਂ ਪ੍ਰਵਾਨ ਕਰੋਗੇ। ਆਪ ਜੀ ਦਾ ਕੋਟ ਕੋਟ ਧੰਨਵਾਦ। ਆਓ ਅਗਲੇ ਸਮੇਂ ਲਈ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ कोट अपराध हमारे खंडो, अनेक विधि समझावो। हम अज्ञान अल्प मत थोरी, तुम अपन बिरद रखावो। तुम्हारी शरण तुम्हारी आसा, तुम ही सजन सोहेले। राखो राखनहार दयाला, नानक घर के गोले। बदबख्त हम चूं बखील गाफिल, बेनज़र बेबाक। नानक बुगोयद जन तुरा, तेरे चाकरां पा नानक बुगोयद जन तुर, तेरे चाकरां पा खाक। जुगो जुग अटल चवर छत्र तखत दे मालक सतगुरु, ਗਿਆਨ ਦੀ ਮੂਰਤ ਗੁਣਾਂ ਦੇ ਭੰਡਾਰ, ਕਲਯੁਗ ਦੇ ਤਾਰਨਹਾਰ ਪਾਤਸ਼ਾਹ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਉਚੇਚੇ ਤੌਰ ਤੇ ਅਸ਼ਟੰਬਲ ਬੀਰਾ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨ ਛੂਹ ਪ੍ਰਾਪਤ ਇਤਿਹਾਸਕ ਦਰਬਾਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਜੁੜ ਬੈਠੇ ਵਡਭਾਗੀ ਸਤਸੰਗੀ ਜਨੋ, ਗੁਰਸ਼ਬਦ ਬਾਣੀ ਦੇ ਪ੍ਰਵਾਹ ਗੁਰੂ ਦਰਬਾਰ ਵਿਖੇ ਚੱਲ ਰਹੇ ਹਨ, ਜਿਸ ਵਿੱਚ ਨਿਤਨੇਮ ਬਾਣੀਆਂ ਤੋਂ ਉਪਰੰਤ ਆਸਾਕੀ ਵਾਰ ਦਾ ਕੀਰਤਨ ਸ਼ਬਦ ਕੀਰਤਨ ਸੰਗਤਾਂ ਨੇ ਬੜੇ ਪਿਆਰ ਨਾਲ ਗੁਰੂ ਕੇ ਹਜ਼ੂਰੀ ਕੀਰਤਨੀਆਂ ਪਾਸੋਂ ਸ਼ਰਵਣ ਕੀਤਾ। ਨਾਲ ਹੀ ਪਾਵਨ ਦਰਬਾਰ ਵਿਖੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਵਿਚਾਰ ਹੈ, ਉਸ ਅਧੀਨ ਅੱਜ ਦੇ ਮੁਬਾਰਕ ਬਚਨ
ਗੁਰੂ ਕੇ ਵਜ਼ੀਰ ਸਾਹਿਬ ਪਾਸੋਂ ਬੜੇ ਹੀ ਅਦਬ ਸਹਿਤ ਆਪ ਜੀਆਂ ਨੇ ਸ਼ਰਵਣ ਕੀਤੇ ਹਨ। ਆਓ ਨਿਯਤ ਸਮਾਂ ਗੁਰਬਾਣੀ ਵਿਚਾਰਦਾ ਹੈ। ਗੁਰ ਸ਼ਬਦ ਵਿੱਚ ਗੁਰੂ ਪਾਤਸ਼ਾਹ ਜੀ ਕਿਆ ਹੁਕਮ ਕਿਆ ਪ੍ਰੇਰਣਾ ਬਖਸ਼ਦੇ ਨੇ, ਕਿਸ ਤਰੀਕੇ ਜੀਵਨ ਨੂੰ ਜਿਉਣ ਦਾ ਢੰਗ ਸਿਖਾ ਰਹੇ ਹਨ, ਕੀ ਜੀਵਨ ਦੀ ਸੱਚੀ ਸੁੱਚੀ ਨਿਰਮਲ ਰੀਤ ਤੇ ਨਿਰਮਲ ਮਰਿਆਦਾ ਦ੍ਰਿੜਾਉਂਦੇ ਨੇ। ਉਹਨਾਂ ਅੰਮ੍ਰਿਤ ਉਪਦੇਸ਼ਾਂ ਨਾਲ ਜੁੜਨ ਦਾ ਯਤਨ ਕਰਨਾ ਹੈ। ਉਸ ਤੋਂ ਪਹਿਲੋਂ ਮਨੋਬਿਰਤੀਆਂ ਇਕਾਗਰ ਕਰਦੇ ਹਾਂ। ਗੁਰੂ ਚਰਨਾਂ ਵਿੱਚ ਲਗਾਓ ਹਾਜ਼ਰੀ। ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ ਜੀ, ਕੋਈ ਰਸਨਾ ਵਾਂਝੀ ਨਾ ਰਵੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਸ਼੍ਰੀ ਰਾਗ ਅੰਦਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਚੋਂ ਉਚਾਰਨ ਹੋਏ ਹੈ ਤੇ ਮੁਬਾਰਕ ਅੰਕ 51 ਉੱਤੇ ਇਹ ਸ਼ੁਭਾਏਮਾਨ ਬਚਨ ਹਨ। ਸ਼੍ਰੀ ਰਾਗ ਮਹੱਲਾ ਪੰਜਵਾਂ ਸਰਲੇਖ ਹੈ। ਗੁਰੂ ਬਾਬਾ ਜੀ ਦਾ ਸ਼ਬਦ ਜਿਹੜਾ ਹੈ, ਜੋ ਹੁਕਮ ਹੈ, ਉਹ ਸ਼੍ਰੀ ਰਾਗ ਦੇ ਅੰਦਰ ਦਰਜ ਹੈ। ਰਹਾਉ ਦਾ ਬੰਦ ਪਾਤਸ਼ਾਹ ਕਹਿੰਦੇ, ਜਪ ਮਨ ਨਾਮ ਏਕ ਅਪਾਰ। ਰਹਾਉ ਜਿਹੜਾ ਹੈ, ਇਹ ਮੁੱਖ ਵਿਸ਼ਾ ਹੁੰਦਾ ਸ਼ਬਦ ਦਾ। ਤੇ ਸਤਿਗੁਰੂ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਸਮਝਾਉਂਦੇ ਨੇ, ਮਨ ਨੂੰ ਮੁਖਾਤਿਬ ਕਰਦੇ ਕਹਿੰਦੇ ਨੇ, ਐ ਮੇਰੇ ਮਨ ਜਪ। ਜਪ ਮਨ ਨਾਮ ਏਕ ਅਪਾਰ। ਤੇ ਜਪਣਾ ਕੀ ਹੈ? ਇੱਕ ਅਕਾਲ ਪੁਰਖ ਦਾ ਨਾਮ ਜਪਣਾ, ਜਿਹੜਾ ਕਿ ਅਪਾਰ ਹੈ, ਬੇਅੰਤ ਹੈ। ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਜਿਹੜਾ ਇੱਕ ਹੈ, ਕੇਵਲ ਤੋਂ ਕੇਵਲ ਇੱਕ ਹੈ। ਇਹ ਵੀ ਗੱਲ ਆਪਾਂ ਬਾਣੀ ਦੇ ਦੁਆਰਾ, ਗੁਰੂ ਕੇ ਹੁਕਮਾਂ ਦੁਆਰਾ ਸਮਝਣੀ ਹੈ ਕਿ ਰੱਬ ਇੱਕ ਹੈ। ਜਿਹੜੇ ਲੋਕਾਂ ਨੇ, ਜਿਹੜੇ ਮਤਾਂਤਰਾਂ ਨੇ ਬਹੁਤ ਸਾਰੇ ਰੂਪ ਬਣਾ ਕੇ ਤੇ ਉਹਨਾਂ ਨੂੰ ਮੰਨਣ ਤੇ ਮਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਚੱਲਦਾ ਆ ਰਿਹਾ ਸੀ। ਜਗਤ ਗੁਰੂ ਬਾਬਾ ਨਾਨਕ ਨੇ ਜਦੋਂ ਆਵਾਜ਼ ਦਿੱਤੀ ਤੇ ਬਚਨ ਕੀਤਾ, ਇੱਕ ਓੰਕਾਰ, ਰੱਬ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਰੱਬ ਇੱਕ ਹੈ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਸ ਇੱਕ ਦੇ ਨਾਲ ਜੋੜਿਆ ਤੇ ਇਹ ਵੀ ਸਮਝਾ ਦਿੱਤਾ ਵੀ ਉਸ ਵਰਗਾ ਹੋਰ ਕੋਈ ਨਹੀਂ। ਬਾਬਾ ਕਬੀਰ ਸਾਹਿਬ ਨੇ ਕਿਹਾ, ਅੱਲਾ ਪਾਕੰ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ। ਮੈਂ ਤਾਂ ਰੱਬ ਉੱਤੇ ਸ਼ੱਕ ਕਰਾਂ ਜੇ ਉਸ ਦੀ ਬਰਾਬਰੀ ਦਾ ਕੋਈ ਹੋਵੇ। ਉਹ ਇੱਕੋ ਇੱਕ ਹੈ ਔਰ ਲਾ ਸ਼ਰੀਕ ਹੈ, ਭਾਵ ਉਸ ਜੈਸਾ ਹੋਰ ਕੋਈ ਨਹੀਂ। ਇਸ ਕਰਕੇ ਕਹਿੰਦੇ ਨੇ ਇੱਕ ਰੱਬ ਦੇ ਨਾਮ ਨੂੰ ਜਪ, ਜਿਹੜਾ ਅਪਾਰ ਹੈ, ਬੇਅੰਤ ਹੈ। ਫਿਰ ਕਹਿੰਦੇ ਨੇ ਪ੍ਰਾਨ ਮਨ ਤਨ ਜਿਨੇ ਦਿਆ ਹਿਰਦੇ ਕਾ ਆਧਾਰ ਰਹਾਉ। ਹੁਣ ਉਸ ਰੱਬ ਦੇ ਗੁਣ ਨੇ, ਇੱਥੇ ਥੋੜੀ ਜੀ ਤਵੱਜੋ ਦੇਣਾ। ਦੇਖੋ, ਆਪਾਂ ਆਮ ਕਰਕੇ ਬਚਨ ਆਖਦੇ ਹਾਂ ਵੀ ਨਾਮ ਜਪੋ, ਲੇਕਿਨ ਅੱਜ ਤਰਕਵਾਦੀ ਬਿਰਤੀ ਹੈ ਤੇ ਉਹ ਸਵਾਲ ਆਂਦਾ ਵੀ ਕਿਉਂ ਜਪਣਾ ਹੈ। ਤੇ ਇਸ ਦਾ ਜਵਾਬ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ ਤੇ ਜਵਾਬ ਦਿੰਦੇ ਨੇ ਬਾਬਾ ਜੀ। ਪਾਤਸ਼ਾਹ ਅੰਮ੍ਰਿਤ ਬਾਣੀ ਦੁਆਰਾ ਸਮਝਾਉਂਦੇ ਨੇ ਵੀ ਰੱਬ ਨੂੰ ਇਸ ਕਰਕੇ ਵਾਹ ਕਹਿਣਾ ਹੈ ਕਿਉਂਕਿ ਉਸ ਵਿੱਚ ਗੁਣ ਬੜੇ ਨੇ। ਉਸ ਵਿੱਚ ਬੇਅੰਤ ਗੁਣਾਂ ਦੀ ਬਰਕਤ ਹੈ, ਉਹ ਬੇਅੰਤ ਰਹਿਮਤਾਂ ਦਾ ਭੰਡਾਰ ਹੈ। ਤੇ ਨਾਲ ਹੀ ਕਹਿ ਦਿੱਤਾ ਵੀ ਖਾਲੀ ਭੰਡਾਰ ਨਹੀਂ ਹੈ, ਉਸ ਦਾ ਬੇਅੰਤ ਉਪਕਾਰ ਸਾਡੇ ਤੇ ਹੈ। ਸਾਡਾ ਫਰਜ਼ ਬਣਦਾ ਹੈ ਕਿ ਉਸ ਦਾ ਸ਼ੁਕਰਾਨਾ ਕਰੀਏ, ਉਸ ਨੂੰ ਵਾਹ ਵਾਹ ਆਖੀਏ। ਵੇਖੋ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਾਠ ਕਰਦੇ ਹਾਂ ਤੇ ਸਤਿਗੁਰੂ ਜੀ ਨੇ ਉੱਥੇ ਇੱਕ ਬਖਸ਼ਿਸ਼ ਕੀਤੀ, ਬੜਾ ਪਿਆਰਾ ਅੰਮ੍ਰਿਤ ਬਚਨ ਹੈ ਗੁਰਦੇਵ ਦਾ। ਪਾਤਸ਼ਾਹ ਕਹਿੰਦੇ, ਦੁਨੀਆ ਨਾ ਸਾਲਾਹ ਜੋ ਮਰ ਵੰਝ ਸੀ, ਲੋਕਾਂ ਨਾ ਸਾਲਾਹ ਜੋ ਮਰ ਖਾਕ ਥੀ। ਕਹਿੰਦੇ ਦੁਨੀਆ ਦੀ ਕਿਆ ਤੂੰ ਸਿਫਤ ਕਰੀ ਜਾਣਾ, ਇਸਨੇ ਮਰ ਖਪ ਜਾਣਾ ਹੈ।
ਤੂੰ ਲੋਕਾਂ ਦੀ ਕੀ ਵਡਿਆਈ ਕਰੀ ਜਾਨਾ, ਅਖੀਰ ਉਹਨਾਂ ਨੇ ਖਾਕ ਦੀ ਢੇਰੀ ਬਣ ਕੇ ਰਹਿ ਜਾਣਾ। ਫਿਰ ਕਹਿੰਦੇ ਨੇ ਵਡਿਆਈ ਕਿਸ ਦੀ ਕਰਾਂ? ਕਹਿੰਦੇ ਨੇ ਵਾਹ ਮੇਰੇ ਸਾਹਿਬਾ ਵਾਹ, ਤੂੰ ਰੱਬ ਨੂੰ ਵਾਹ ਵਾਹ ਆਖ, ਤੂੰ ਉਸ ਵਾਹਿਗੁਰੂ ਦੀ ਸਿਫਤੋ ਸਲਾਹ ਕਰ ਜਿਹੜਾ ਅਟਲ ਅਮਰ ਅਜ਼ਰ ਹੈ, ਜਿਹੜਾ ਬੇਮੁਹਤਾਜ ਪਾਤਸ਼ਾਹ ਹੈ, ਜਿਹੜਾ ਸਾਰੇ ਖਜ਼ਾਨੇ ਭੰਡਾਰਿਆਂ ਦਾ ਮਾਲਕ ਹੈ ਤੇ ਦਾਤਾ ਹੈ, ਜਿਸ ਦੇ ਲਈ ਅਸੀਂ ਅੰਮ੍ਰਿਤ ਬਾਣੀ ਵਿੱਚੋਂ ਬਚਨ ਗੁਰੂ ਕੇ ਪੜ੍ਹਦੇ ਹਾਂ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਐਸੇ ਬੇਅੰਤ ਗੁਣਾਂ ਦੇ ਮਾਲਕ ਸਮਰੱਥ ਨੂੰ ਜਪ। ਤੇ ਗੁਰਦੇਵ ਕਹਿੰਦੇ ਨੇ ਤੇਰੇ ਤੇ ਬੜਾ ਉਪਕਾਰ ਹੈ ਉਹਨਾਂ ਦਾ। ਪ੍ਰਾਣ, ਜਿੰਦ, ਮਨ, ਤਨ, ਸ਼ਰੀਰ ਜਿਨੇ ਦਿਆ, ਜਿਸ ਰੱਬ ਨੇ ਇਹ ਸਭ ਕੁਝ ਤੈਨੂੰ ਦਿੱਤਾ ਹੈ। ਹਿਰਦੇ ਕਾ ਆਧਾਰ, ਤੇ ਸਭਨਾ ਦੇ ਹਿਰਦੇ ਦਾ ਆਸਰਾ ਵੀ ਉਹ ਆਪ ਹੀ ਹੈ। ਰੋਜ਼ ਪੜ੍ਹਦੇ ਆ ਜੀਓ ਪਿੰਡ ਸਭ ਤੇਰਾ। ਹੁਣ ਜਿਸ ਦਾਤੇ ਦਾ ਇਹ ਜਿੰਦ ਤੇ ਪਿੰਡਾ ਸਰੀਰ ਬਣਾਇਆ ਤੇ ਦਿੱਤਾ ਹੈ, ਸਾਡਾ ਫਰਜ਼ ਹੈ ਉਸ ਦੀ ਸਿਫਤ ਕਰੀਏ, ਉਸ ਨੂੰ ਵਾਹ ਵਾਹ ਆਖੀਏ। ਪਰ ਇੱਥੇ ਥੋੜਾ ਜਿਹਾ ਤਵੱਜੋ ਵਾਲਾ ਵਿਸ਼ਾ ਬਣਦਾ ਵੀ ਨਾਮ ਤੇ ਅਸੀਂ ਬਹੁਤ ਜਪਦੇ ਹਾਂ। ਗੁਰੂ ਨੇ ਹੁਕਮ ਕੀਤਾ, ਮਨ ਨੂੰ ਵੀ ਸੰਬੋਧਨ ਕੀਤਾ ਕਿ ਮੇਰੇ ਮਨ ਨਾਮ ਜਪ ਲੈ। ਗੁਰੂ ਰਾਮਦਾਸ ਸਾਹਿਬ ਦਾ ਬਚਨ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਐ ਮਨਾ ਨਾਮ ਜਪ, ਵਾਹਿਗੁਰੂ ਦਾ ਜਾਪ ਕਰ। ਲੇਕਿਨ ਜਾਪ ਬਾਰੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਤੇ ਕਈ ਵਾਰੀ ਸਾਡੇ ਅੰਦਰ ਭਰਮ ਪੈਦਾ ਹੁੰਦਾ ਵੀ ਮੈਂ ਤੇ ਬੜਾ ਜਪਦਾ, ਮੈਂ ਤੇ ਬੜੀ ਮਾਲਾ ਫੇਰਦਾ, ਮੇਰੀ ਤੇ ਕਾਪੀ ਦੇ ਅੰਦਰ ਕਾਊਂਟਿੰਗ ਮੀਟਰ ਲੈ ਕੇ ਜਪ ਜਪ ਕੇ ਲਿਖ ਲਿਖ ਕੇ ਭਰ ਦਿੱਤੀਆਂ ਮੈਂ ਕਾਪੀਆਂ, ਮੈਂ ਤੇ ਬੜਾ ਕੁਝ ਕਰਦਾ। ਪਰ ਆਨੰਦ, ਬਰਕਤ, ਸਹਿਜ ਠਹਿਰਾਵ, ਉਹ ਵਿਵੇਕ ਚਾਨਣਾ ਮਤ ਦੇ ਵਿੱਚ ਨਹੀਂ ਹੋ ਪਾ ਰਿਹਾ। ਤੇ ਇੱਥੇ ਧਿਆਨ ਇਹ ਹੈ, ਗੁਰੂ ਕੀ ਵਿਚਾਰਧਾਰਾ ਬਾਣੀ ਦੇ ਆਧਾਰ ਤੇ ਸਤਿਗੁਰੂ ਮਹਾਰਾਜ ਨੇ ਜਦੋਂ ਬਾਣੀ ਵਿੱਚ ਨਾਮ ਜਪਣ ਵਾਸਤੇ ਸਾਨੂੰ ਕੁਝ ਹਿਦਾਇਤਾਂ ਕੀਤੀਆਂ, ਤੇ ਆਮ ਕਰਕੇ ਨਾ ਨਾਮ ਬਾਰੇ ਸਵਾਲ ਆਉਂਦਾ ਵੀ ਨਾਮ ਕਿਵੇਂ ਜਪਣਾ ਹੈ। ਹੁਣ ਅੱਜ ਅਸੀਂ ਗੱਲ ਕਰ ਰਹੇ ਹਾਂ, ਗੁਰੂ ਪਾਤਸ਼ਾਹ ਦਾ ਹੁਕਮ ਹੈ ਵੀ ਜਪ ਮਨ ਨਾਮ ਏਕ ਅਪਾਰ। ਤੇ ਇੱਕ ਸਵਾਲ ਪੁੱਛਿਆ ਜਾਂਦਾ ਵੀ ਨਾਮ ਜਪਣਾ ਕਿਵੇਂ ਹੈ। ਆਮ ਸਵਾਲ ਹੈ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਸਮਝਾਉਂਦੀ ਹੈ ਕਿ ਨਾਮ ਜਪਣ ਬਾਰੇ ਪੁੱਛਣਾ ਹੀ ਇੱਕ ਬੜਾ ਨਿਰਮੂਲ ਸਵਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਰੀਤ, ਕੋਈ ਤਰਤੀਬ, ਕੋਈ ਢੰਗ ਜਪਣ ਦੇ ਬਾਰੇ ਇਸ ਤਰੀਕੇ ਨਾਲ ਨਹੀਂ ਆਖਦੇ ਜਿਵੇਂ ਆਮ ਕਰਕੇ ਲੋਕਾਂ ਨੂੰ ਵਰਗਲਾਇਆ ਜਾਂਦਾ ਹੈ, ਜਿਸ ਤਰ੍ਹਾਂ ਬੈਠ ਕੇ ਓਲੇ ਵਿੱਚ, ਹਨੇਰੇ ਵਿੱਚ ਚੌਕੜੇ ਮਾਰ ਕੇ ਜਪਣਾ। ਨਾਮ ਬਾਰੇ ਜੋ ਗੁਰੂ ਦਾ ਸਿਧਾਂਤ ਹੈ ਨਾ ਗੁਰੂ ਪਿਆਰ ਵਾਲਿਓ, ਇਹ ਬੜਾ ਸਿੱਧਾ ਤੇ ਬੜਾ ਸਰਲ ਹੈ। ਨਾਮ ਜਪਣ ਲਈ ਇੱਕੋ ਚੀਜ਼ ਦੀ ਲੋੜ ਹੁੰਦੀ ਹੈ ਤੇ ਉਹ ਪੁੱਛਣੀ ਨਹੀਂ ਪੈਂਦੀ। ਬਤੌਰੇ ਉਦਾਹਰਣ ਇੱਕ ਸਾਂਝ ਕਰਦੇ ਹਾਂ, ਇੱਕ ਬੰਦੇ ਨੂੰ ਬਹੁਤ ਭੁੱਖ ਲੱਗੀ ਹੈ, ਬਹੁਤ ਭੁੱਖ ਹੈ, ਤੇ ਉਸ ਦੇ ਸਾਹਮਣੇ ਥਾਲ ਪਰੋਸ ਕੇ ਰੱਖ ਦਿੱਤਾ ਜਾਏ, 36 ਭੋਜਨ ਤਿਆਰ ਕਰਕੇ ਰੱਖ ਦਿੱਤੇ ਜਾਣ, ਤੇ ਉਸ ਰੱਖੇ ਹੋਏ ਪਦਾਰਥਾਂ ਨੂੰ ਖਾਣ ਤੋਂ ਪਹਿਲਾਂ ਉਹ ਪੁੱਛੇ ਵੀ ਇਹ ਖਾਣਾ ਕਿਵੇਂ ਹੈ, ਤੇ ਸੱਚ ਜਾਣਿਓ ਇੱਕ ਸਿਆਣੇ ਮਨੁੱਖ ਦਾ ਜਵਾਬ ਹੁੰਦਾ ਹੈ, ਥਾਲ ਚੁੱਕ ਲਓ, ਇਸ ਨੂੰ ਭੁੱਖ ਕੋਈ ਨਹੀਂ। ਕਿਉਂਕਿ ਜਿਸ ਬੰਦੇ ਦੇ ਅੰਦਰ ਭੁੱਖ ਹੈ ਉਹ ਪ੍ਰਸ਼ਾਦਾ ਚੁੱਕ ਕੇ ਖਾਣਾ ਸ਼ੁਰੂ ਕਰ ਦਿੰਦਾ, ਉਹ ਤਰੀਕੇ ਨਹੀਂ ਜੇ ਪੁੱਛਦਾ। ਜਿਸ ਬੰਦੇ ਨੂੰ ਪਿਆਸ ਲੱਗੀ ਹੋਵੇ ਅੰਦਰ, ਤੇ ਗੁਰੂ ਪਿਆਰ ਵਾਲਿਓ ਪਿਆਸਾ ਮਨੁੱਖ ਕਦੇ ਵੀ ਇਹ ਨਹੀਂ ਪੁੱਛਦਾ ਇਸ ਪਾਣੀ ਨੂੰ ਪੀਣਾ ਕਿਵੇਂ ਹੈ। ਜਿਹੜਾ ਪੁੱਛਦਾ ਉਹ ਅਜੇ ਨਾ ਪਿਆਸਾ ਹੈ ਤੇ ਨਾ ਭੁੱਖਾ ਹੈ, ਉਹ ਜਪਦਾ ਹੈ। ਨਾਮ ਦੀ ਗੱਲ ਆਪਾਂ ਕਰ ਰਹੇ ਹਾਂ। ਹੁਣ ਨਾਮ ਦੇ ਬਾਰੇ ਜਿਹੜਾ ਸਿਧਾਂਤ ਹੈ, ਇੱਕ ਦੋ ਹੋਰ ਇਸ ਬਾਰੇ ਗੱਲਾਂ ਸਾਂਝੀਆਂ ਆਪ ਨਾਲ ਕਰਦੇ ਹਾਂ। ਆਮ ਕਰਕੇ ਜਗਤ ਦੇ ਅੰਦਰ
एक विचारधारा बड़ी आम प्रचलित है कि रोटी कमानी ते पकानी बड़ी औखी है, खानी बड़ी सौखी है। किसी नाल भी गल करो कहता रोटी कमानी बहुत औखी है। ताइयों ते साडे घरां विच बीबियां नूं कह दिता जांदा है ले प्रशादे ही ते पकाउणे, कमा के लियाओ ते पता लगे ना। बनाने सौखे है, खाने बड़े सौखे है, कमाने बड़े औखे है। पर अध्यात्मकता दे रस्ते ते बिल्कुल उल्ट है। अध्यात्मकता दे रस्ते ते बिल्कुल उल्ट है। दुनियावी रूप विच रोटी कमानी औखी दिसदी है ते खानी सौखी है, ते अध्यात्मकता दे रस्ते ते साध संगत कमाना बहुत सौखा है ते खाना बहुत औखा है। बहुत सौखा है बनाना। बैठो वाहिगुरू वाहिगुरू जप रहे हैं ना, असी सोचते हैं मैं ये खा रहा, नहीं। एक गल अलग जी लगती है, सानू भी अजीब जा लगता है भी दुनिया दे कहती वाहिगुरू वाहिगुरू जपो, पर गुरबाणी दे चानण विच बेनती करते हैं। मैं उदाहरण बाणी विचों देंगा। देखो, वाहिगुरू जपण तो मैं आप दा ध्यान नहीं दौड़ना चाहता, पर वाहिगुरू कहना मता समझियो साडी आत्मा दी खुराक बन गई। असल दे विच ये प्रशादा बन गया है, इसनू खाना है। खाना किवें है? रोटी हत्थां नाल पकदी है ते खादी मूँह नाल जांदी। तुसी आखो मैं रोटी कन्नां नाल बनावां, तुसी आखो मैं रोटी हत्थां नाल बना ली ते मेरी भुख दूर हो जाएगी, होंदी है कदे? वाहिगुरू दा नाम जपना ते आपां रसना तो है, लेकिन रसना तो जप के इसका स्रोत पता केड़ा अंदर लैके जाने दा? ओने कन्न। रसना जपदी है, पर कन्न जदों सुनणगे ते ये साडे अंदर जाएगा, ज़हन विच वसदा है। गुरु का वचन है, सुनिया मन्निया मन कीता भाओ। सुनना की है? जिहड़ा बोलिया जाएगा वो सुनिया जाएगा। सो जपना एक बोलना, एक प्रशादा बनाउण दी क्रिया है। प्रशादा बना के थाल विच रखिया होवे, जे खादा ना जाए तो उस प्रशादे तो लभना कख भी नहीं। साडे शरीर नूं बनाए हुए प्रशादे तो कोई ताकत मिलेगी? खाण तो बिना नहीं लभदी जे। वाहिगुरू कहना जुबान तो, रसना तो गुरु का हुक्म है। रसना नाम जपो तब मथी है, इन बिद अमृत पावो। पर अगे कहंदे ने इस नाम नूं जपदियां जदों तेरे कन्न स्रोत खुल जाणगे, कन्ना विच ए पएगा ते कन्ना तक जाण नाल भी गल नहीं बननी, क्योंकि इस नूं सुनना है मन ने। इस नूं सुनना है मन ने। जदों ये मन विच गया, मन ने सुनिया, मन ठहराव विच आएगा, फिर मुकम्मल हुंदा है कि सुनिया मन्निया मन कीता भाओ, फिर है अंदर दी अवस्था विच बदलाव। वाहिगुरू वाहिगुरू जप रहे हैं, राम राम अल्लाह अल्लाह बहुत हो रहा है, लेकिन विरले हृदय बसाया। गुरु का वचन है, राम राम सबको कहें, कहें राम ना होए। गुर प्रसादी राम मन बसै, ता फल पावे कोई। गुरु बाबे दा वचन, जे को खावे जे को पुंचै तिसका होए उदारो। ते नाल कहता थाल विच तिन वस्तु पईयो, सत संतोख विचारो। अमृत नाम ठाकुर का पयो, जिसका सबद सधारो। प्रशादा है, थाल परोसिया होया गुरु बाबे ने, लेकिन इसनू जुबान रूप हाथां नहीं चुकना, कन रूप स्रोत मुख विच पाना, ते ये अंदर मेदे च जाएगा। जदों मन रूप मेदे च इसका वास होएगा, फिर इसने आत्मक बल पैदा करना है। प्रशादा जिवें मूँह च जांदा है, बंदे दे अंदर जांदा है, उसनूं वो जज़ब करदा है, हजम करदा है, फिर उस तो ताकत पैदा हुंदी है। ते जे खाली रोटी पकाण दी गल करिए ना प्यारिओ, रोटी पकाण वाला बंदा थक सकदा है, और थकदे ने लोग। मैं तो थक गया, मैं तो प्रशादे बनाई जा रहे हैं। ते बंदा कहे कमाल दी गल है, जेड़ा प्रशादा ताकत दिंदा है, तू बनांदे ही थक गया, वो कहंदा मैं खादा नहीं अजे।
ਸਵੇਰੇ ਤੋਂ ਸ਼ਾਮ ਤੱਕ ਬਣਾ ਕੇ ਪ੍ਰਸ਼ਾਦਾ ਨਿਢਾਲ ਹੋਇਆ ਤੇ ਜਦੋਂ 2 ਟੁਕੜੇ ਰੋਟੀ ਦੇ ਛਕ ਲੈਂਦਾ ਤੇ ਮੁੜ ਕੇ ਕਹਿੰਦਾ ਲੈ ਹੁਣ ਤ੍ਰਿਪਤੀ ਆਈ, ਮੈਂ ਹੁਣ ਹੋਰ ਮਿਹਨਤ ਕਰ ਲਵਾਂ ਥੋੜੀ ਦੇਰ। ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜਪਣਾ ਜਿਹੜਾ ਹੈ ਇਹ ਪ੍ਰਸ਼ਾਦਾ ਤੇ ਤਿਆਰ ਹੋ ਗਿਆ, ਪਰ ਕੰਨ ਰੂਪ ਸਰੋਤ ਜਿਹੜਾ ਮਨ ਹੈ ਜਿੱਥੋਂ ਤੱਕ ਇਹ ਪਹੁੰਚਣਾ ਚਾਹੀਦਾ ਹੈ, ਇਹ ਉਸ ਰਾਹੀਂ ਮਨ ਤੱਕ ਪਹੁੰਚੇ ਤੇ ਇਹ ਸੁਣਿਆ ਜਾਏਗਾ, ਮੰਨਿਆ ਜਾਏਗਾ, ਫਿਰ ਇਹ ਆਤਮਕ ਬਲ ਦਿੰਦਾ, ਫਿਰ ਥਕੇਵਾ ਨਹੀਂ ਹੋਏਗਾ, ਫਿਰ ਅੰਦਰ ਚੇਤਨਤਾ ਬਣੇਗੀ, ਆਲਸ ਨਹੀਂ ਹੋਏਗਾ, ਫਿਰ ਉਹ ਸੁਸਤੀ ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੂਰ ਕਰਨਾ ਚਾਹੁੰਦੇ ਨੇ, ਜਾਗ ਲਹਿ ਰੇ ਮਨਾ ਜਾਗ ਲੈ ਕਹਾਂ ਗਾਫਲ ਸੋਇਆ, ਇਹ ਸੁਚੇਤਤਾ ਤੇ ਚੇਤਨਤਾ ਆਏਗੀ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਜਾਗ ਦੇਣਗੇ। ਸੁਚੇਤਤਾ ਚੇਤਨਤਾ ਗੁਰੂ ਬਾਬੇ ਦੇ ਹੁਕਮ ਤੇ ਨਾਮ ਦੀ ਬਰਕਤ ਨਾਲ ਇਸ ਮਿਲੇਗੀ। ਸੋ ਨਾਮ ਜਪਣਾ, ਨਾਮ ਨੂੰ ਸਿਮਰਨਾ ਜ਼ੁਬਾਨ ਦਾ ਵਿਸ਼ਾ ਹੈ, ਸੁਣਨਾ ਕੰਨ ਦੇ ਰਾਹੀਂ ਮਨ ਦਾ ਵਿਸ਼ਾ ਹੈ। ਹੁਣ ਮਨ ਸੁਣਦਾ ਨਹੀਂ ਸਾਡਾ। ਕਿਉਂ ਨਹੀਂ ਸੁਣਦਾ? ਕਿਉਂਕਿ ਮਨ ਚੁੱਪ ਨਹੀਂ ਕਰਦਾ। ਤੁਸੀਂ ਘਰ ਬੈਠ ਕੇ ਆਪਣੇ ਬੱਚਿਆਂ ਨਾਲ ਕੋਈ ਗੱਲ ਕਰੋ ਤੇ ਇੱਕ ਬੱਚੇ ਨੂੰ ਸਮਝਾਓ ਤੇ ਉਹ ਬੋਲਦਾ ਜਾਏ, ਆਪਣੀ ਗੱਲ ਬੋਲੇ, ਤੇ ਤੁਸੀਂ ਆਖਦੇ ਹੋ ਕੀ ਗੱਲ ਪੁੱਤਰ ਮੇਰੀ ਗੱਲ ਸੁਣਨੀ ਨਹੀਂ? ਉਹ ਕਹਿੰਦਾ ਮੇਰੇ ਕੰਨ ਖੁੱਲੇ ਆ, ਤੁਸੀਂ ਬੋਲੋ। ਤੇ ਉਹ ਜਵਾਬ ਸਾਡਾ ਹੁੰਦਾ ਤੂੰ ਤੇ ਸੁਣ ਨਹੀਂ ਸਕਦਾ ਜਦੋਂ ਤੱਕ ਤੇਰੀ ਆਪਣੀ ਜ਼ੁਬਾਨ ਨਹੀਂ ਬੰਦ ਹੁੰਦੀ। ਬਸ ਇਹੀ ਕਾਰਨ ਹੈ ਸਾਡਾ ਮਨ ਸ਼ੋਰ ਪਾਈ ਜਾ ਰਿਹਾ ਹੈ, ਸਾਡਾ ਮਨ ਬੋਲੀ ਜਾਂਦਾ ਹੈ, ਉਹ ਗੁਰੂ ਦੇ ਦਰਸਾਏ ਨਾਮ ਨੂੰ, ਗੁਰੂ ਦੇ ਦਰਸਾਏ ਹੁਕਮ ਨੂੰ ਸੁਣਦਾ ਕੋਈ ਨਹੀਂ। ਬਾਬਾ ਨਾਨਕ ਜੀ ਨੇ ਸਮਝਾਇਆ ਸੀ ਤੇ ਬਾਬਾ ਨਾਨਕ ਜੀ ਤੋਂ ਪਹਿਲੋਂ ਵੀ ਧਾਰਮਿਕ ਲੋਕਾਂ ਨੇ ਸਮਝਾਇਆ ਸੀ ਇਸ ਵਿਸ਼ੇ ਨੂੰ ਕਿ ਮਨ ਨੂੰ ਚੁੱਪ ਕਰੋਗੇ ਤੇ ਫਿਰ ਤੁਹਾਡਾ ਅੰਦਰ ਕਿਤੇ ਟਿਕਾ ਬਣੇਗਾ ਤੇ ਨਾਮ ਜਪ ਕੇ, ਨਾਮ ਨੂੰ ਸੁਣ ਕੇ ਤੁਸੀਂ ਸਮਝ ਕੇ ਮਨ ਨੂੰ ਸੁਣਾ ਸਕਦੇ ਹੋ। ਜਦੋਂ ਇਹ ਗੱਲ ਲੋਕਾਂ ਨੇ ਸਮਝੀ, ਉਹਨਾਂ ਨੇ ਗਲਤ ਰਸਤਾ ਬਣਾ ਲਿਆ। ਉਹ ਕਹਿੰਦੇ ਜੀ ਚੁੱਪ ਕਰ ਜਾਓ। ਉਹਨਾਂ ਨੂੰ ਸਮਾਜ ਨੇ ਨਾਮ ਦਿੱਤਾ ਮੋਨੀ। ਉਹਨਾਂ ਨੂੰ ਨਾਮ ਮਿਲਿਆ ਮੋਨੀ ਕਿ ਖਬਰੇ ਜ਼ੁਬਾਨ ਚੁੱਪ ਕਰਦੇ ਆ ਤੇ ਮਨ ਵੀ ਚੁੱਪ ਹੋਏਗਾ, ਪਰ ਇਹ ਬਿਲਕੁਲ ਨਿਰਮੂਲ ਸੀ। ਗੁਰੂ ਨੇ ਬਚਨ ਕਿਹਾ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ। ਚੁੱਪ ਬੈਠਣ ਨਾਲ ਕਦੇ ਮਨ ਸ਼ਾਂਤ ਨਹੀਂ ਹੁੰਦਾ, ਤੇ ਜਦੋਂ ਤੱਕ ਮਨ ਸ਼ਾਂਤ ਨਹੀਂ ਹੁੰਦਾ ਤੁਸੀਂ ਜਿਤਨਾ ਮਰਜ਼ੀ ਪੜ੍ਹ ਲਓ, ਜਿਤਨਾ ਮਰਜ਼ੀ ਬੋਲ ਲਓ, ਤੁਹਾਡਾ ਮਨ ਕਦੇ ਟਿਕਾ ਵਿੱਚ ਨਹੀਂ ਆਏ, ਕਦੇ ਸਹਿਜ ਵਿੱਚ ਨਹੀਂ ਆਏਗਾ। ਮਨ ਨੂੰ ਸਾਧਣਾ ਹੈ, ਮਨ ਨੂੰ ਰੋਕਣਾ ਹੈ, ਨਾ ਕਿ ਜ਼ੁਬਾਨ ਨੂੰ। ਜੇ ਜ਼ੁਬਾਨ ਹੀ ਚੁੱਪ ਕਰਕੇ ਰੱਬ ਮਿਲਦਾ ਹੈ ਤੇ ਰੱਬ ਨੇ ਜ਼ੁਬਾਨ ਦਿੱਤੀ ਕਿਉਂ ਹੈ? ਔਰ ਬਾਬਾ ਜੀ ਨੇ ਮੋਹਰ ਲਾਈ ਹੈ, ਗੁਰੂ ਬਾਬਾ ਜੀ ਦੀ ਅੰਮ੍ਰਿਤ ਬਾਣੀ ਦਾ ਫੈਸਲਾ ਹੈ। ਕਹਿੰਦੇ ਨੇ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਤੂੰ ਜਦੋਂ ਤੱਕ ਦੁਨੀਆ ਵਿੱਚ ਹੈ ਤੇਰੀ ਜ਼ੁਬਾਨ ਤੈਨੂੰ ਜਿਹੜੀ ਦਾਤੇ ਨੇ ਦਿੱਤੀ ਹੈ ਉਸ ਨੂੰ ਬੋਲਣ ਵਾਸਤੇ ਦਿੱਤਾ ਹੈ। ਇਹ ਬੋਲਣ ਦੀ ਸ਼ਕਤੀ ਲੈ ਕੇ ਆਈ ਹੈ, ਇਸ ਨੂੰ ਬੋਲਣ ਤੇ ਲਗਾ। ਜੇ ਤੂੰ ਮੋਨੀ ਹੋ ਕੇ ਬੈਠਦਾ, ਇੱਕ ਹੋਰ ਹੈ ਹੁਣ ਤੇ ਸਾਇੰਸਦਾਨ ਜਾਂ ਮੈਡੀਕਲ ਸਾਇੰਸ ਵੀ ਇਸ ਗੱਲ ਨੂੰ ਸਿੱਧ ਕਰਦੀ ਹੈ, ਸਰੀਰ ਦੇ ਜਿਸ ਅੰਗ ਦੀ ਵਰਤੋਂ ਬੰਦ ਕਰਦੇ ਹੋ ਉਹ ਨਿਢਾਲ ਹੋ ਜਾਂਦਾ ਹੈ, ਉਹ ਕਮਜ਼ੋਰ ਹੋ ਜਾਂਦਾ ਹੈ। ਜਿਨ੍ਹਾਂ ਦੀ ਜ਼ੁਬਾਨ ਚੁੱਪ ਕੀਤੀ ਜਾਏ ਨਾ 10-12 ਸਾਲ ਬਾਅਦ ਬੋਲਣ ਦੀ ਉਸ ਨੂੰ ਖੁੱਲ੍ਹ ਦਿਓ ਵੀ ਤੂੰ ਬੋਲ, ਉਸ ਦੀ ਆਵਾਜ਼ ਬਦਲ ਜਾਏਗੀ, ਉਸ ਦੀਆਂ ਨਾੜਾਂ ਸੁਗੜ ਜਾਂਦੀਆਂ। ਉਹ ਜਿਤਨਾ ਮਰਜ਼ੀ ਜ਼ੋਰ ਲਾ ਕੇ ਬੋਲੇ ਉਸ ਦੀ ਆਵਾਜ਼ ਨਹੀਂ ਸਮਝ ਪੈਂਦੀ। ਕਿਸੇ ਬੰਦੇ ਦੀਆਂ ਅੱਖਾਂ ਨੂੰ 10-12 ਸਾਲ ਹਨੇਰੇ 'ਚ ਰੱਖ ਕੇ ਪੱਟੀ ਬੰਨ੍ਹ ਦਿਓ, ਉਹ ਦੇਖੇ ਕੁਝ ਨਾ, ਤੇ ਜਦੋਂ ਅੱਖਾਂ ਖੋਲੋਗੇ ਹੋਏਗਾ ਚਾਨਣ, ਪਰ ਉਹ ਸੌਖਾ ਦੇਖ ਨਹੀਂ ਪਾਉਂਦਾ। ਤੇ ਜਿਸ ਬੰਦੇ ਦੇ ਅੰਦਰ ਇਹਨਾਂ ਸਰੋਤਾਂ ਦੇ ਰਾਹੀਂ ਗਿਆਨ ਤੇ ਨਾਮ ਨੇ ਜਾ ਕੇ ਮਨ ਨੂੰ ਕਾਬੂ ਕਰਨਾ ਸੀ, ਅਸੀਂ ਉਹ ਸਰੋਤ ਬੰਦ ਕਰ ਲਏ। ਗੁਰੂ ਬਾਬੇ ਨੇ ਕਿਤੇ ਸਿੱਖ ਨੂੰ ਮੋਨੀ ਹੋਣ ਨੂੰ ਨਹੀਂ ਕਿਹਾ। ਗੁਰੂ ਪਾਤਸ਼ਾਹ ਨੇ ਕਿਤੇ ਸਿੱਖ ਨੂੰ ਬੋਲੇ ਹੋ ਕੇ ਇਕਾਂਤ ਵਿੱਚ ਬੈਠਣ ਨੂੰ ਨਹੀਂ ਕਿਹਾ। ਕਹਿੰਦੇ ਤੂੰ ਜਿੱਥੇ ਮਰਜੀ ਫਿਰ, ਤੇਰਾ ਮਨ ਇਕਾਂਤ ਵਿੱਚ ਹੋਵੇ, ਤੇਰਾ ਮਨ ਸ਼ਾਂਤ ਹੋਵੇ। ਆ ਸਾਡੇ ਸਮਾਜ ਵਿੱਚ ਵਿਚਰਦੇ ਅਸੀਂ ਕਈ ਬੰਦਿਆਂ ਨੂੰ ਕਹਿ ਦਿੰਦੇ ਆ, ਕਹਿੰਦੇ ਉਸ ਦਾ ਮਨ ਬੜਾ ਸ਼ਾਂਤ ਹੈ, ਉਹ ਤੇ ਬੜਾ ਸ਼ੀਤਲ ਹੈ, ਬੜਾ ਕੋਮਲ ਹੈ, ਕਿਉਂਕਿ ਉਸ ਦੇ ਅੰਦਰ ਚੰਚਲਤਾ ਨਹੀਂ ਹੈ। ਤੇ ਗੁਰੂ ਪਾਤਸ਼ਾਹ ਅੱਜ ਮਨ ਨੂੰ ਹੀ ਸੰਬੋਧਨ ਕਰਦੇ ਨੇ, ਕਹਿੰਦੇ ਜਪ ਮਨ ਨਾਮ।
ਏਕ ਅਪਾਰ। ਮਨ ਨੇ ਕਿਵੇਂ ਜਪਣਾ? ਜਪਣਾ ਤੇ ਜ਼ੁਬਾਨ ਨੇ ਹੈ, ਸੁਣਨਾ ਕੰਨ ਨੇ ਹੈ। ਮਨ ਦੇ ਅੰਦਰ ਇਹ ਪ੍ਰਵੇਸ਼ ਕਰਦਾ ਜਦੋਂ ਇਹ ਕੰਨ ਦੇ ਸਰੋਤ ਤੋਂ ਜਾਏਗਾ, ਪਰ ਮਨ ਸੁਣੇਗਾ ਜਦੋਂ ਉਹ ਦੌੜੇਗਾ ਨਹੀਂ, ਸ਼ਾਂਤ ਹੋਵੇਗਾ। ਮਨ ਨਹੀਂ ਟਿਕਦਾ। ਤੇ ਮਨ ਨੂੰ ਕਾਬੂ ਕਰਨ ਦਾ ਤਰੀਕਾ ਹੈ ਗੁਰਬਾਣੀ ਦਾ ਪਾਠ ਕਰੋ। ਦੇਖੋ ਫਿਰ ਇੱਕ ਗੱਲ ਦੁਹਰਾ ਕੇ ਮੈਂ ਅੱਗੇ ਚੱਲਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰਾ ਦਿਨ ਪੜੋ, ਥੱਕ ਜਾਓਗੇ। ਕਈ ਕਹਿੰਦੇ ਨਾ ਚੋਕੜਾ ਲਾਇਆ ਲੱਤਾਂ ਦਰਦ ਕਰਦੀਆਂ, ਮੇਰੇ ਕੋਲੋਂ ਬਹਿ ਨਹੀਂ ਹੁੰਦਾ, ਮੇਰੇ ਕੋਲੋਂ ਤੇ ਹੁਣ ਬੋਲਿਆ ਵੀ ਨਹੀਂ ਜਾ ਰਿਹਾ। ਪਰ ਸੱਚ ਹੈ, ਜਿਸ ਦਿਨ ਮਨ ਨੇ ਸੁਣਨਾ ਸ਼ੁਰੂ ਕਰ ਦਿੱਤਾ, ਉਸ ਦਿਨ ਫਿਰ ਸਰੀਰ ਦੀ ਬਾਹਰਲੀ ਜਿਹੜੀ ਹਾਲਤ ਹੈ ਨਾ, ਉਸ ਦਾ ਅਸਰ ਜੀਵਨ ਤੇ ਨਹੀਂ ਹੋਏਗਾ। ਜਪਣ ਵਾਲੇ ਦੇ ਅੰਦਰ ਥਕੇਵਾ ਨਹੀਂ ਹੈ। ਤਾਈਓ ਤੇ ਜਿਹੜੇ ਮਹਾਂਪੁਰਸ਼ ਲੋਕ ਸਨ, ਜਿਨ੍ਹਾਂ ਦੇ ਬ੍ਰਹਮ ਗਿਆਨ ਦੀ ਜਿਨ੍ਹਾਂ ਨੇ ਅਵਸਥਾ ਨੂੰ ਮਾਣਿਆ, ਸਾਧ ਸੰਗਤ ਇੱਕ ਇੱਕ ਚੋਕੜੇ ਵਿੱਚ ਪਾਠ ਵੀ ਪੂਰਾ ਕਰ ਜਾਂਦੇ ਸੀ, ਕਿਉਂਕਿ ਉੱਥੇ ਸਰੀਰ ਦੀ ਗੱਲ ਮੁੱਕ ਗਈ। ਉੱਥੇ ਇੰਦਰੇ ਤੇ ਥਕਣਗੇ, ਸਰੀਰ ਹੈ ਤੇ ਥਕੇਵਾ ਹੈ, ਪਰ ਜਦੋਂ ਮਨ ਜਾਗ ਗਿਆ ਫਿਰ ਕੋਈ ਥਕੇਵਾ ਨਹੀਂ। ਅਸੀਂ ਕਈ ਬੰਦਿਆਂ ਨੂੰ ਕਹਿੰਦੇ ਆ, ਬੱਚਿਆਂ ਨੂੰ ਕਹਿੰਦੇ ਆ, ਪੁੱਤਰ ਇਹ ਕੰਮ ਕਰ, ਤੇ ਕੀ ਆਖਦਾ? ਨਹੀਂ ਬਾਪੂ ਮੈਂ ਥੱਕਿਆ। ਕਹਿੰਦਾ ਰਹਿਣ ਦੇ ਆਲਸੀਆ, ਕੰਮ ਤੇ ਤੂੰ ਕੁਝ ਨਹੀਂ ਕੀਤਾ। ਅਸਲ ਵਿੱਚ ਤੇਰਾ ਮਨ ਜਿਹੜਾ ਹੈ ਉਹ ਆਲਸੀ ਹੈ, ਉਹ ਚੋਰ ਬਣ ਗਿਆ, ਉਹ ਕੰਮ ਨਹੀਂ ਕਰਨਾ ਚਾਹੁੰਦਾ। ਤੇ ਮਨ ਨਹੀਂ ਚਾਹੁੰਦਾ ਤੇ ਫਿਰ ਸਰੀਰ ਵੀ ਨਹੀਂ ਕਰਦਾ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਹੁਣ ਥੱਕ ਗਿਆ ਬਾਣੀ ਪੜ੍ਹ ਕੇ, ਥੱਕ ਗਿਆ ਚੋਕੜੇ ਲਾ ਕੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਪ ਕੇ। ਕਿਉਂ ਥੱਕ ਗਿਆ? ਕਿਉਂਕਿ ਜਿਸ ਨੂੰ ਸੁਣਾਣਾ ਸੀ, ਜਿਸ ਨੂੰ ਨਾਮ ਖਵਾਣਾ ਸੀ ਮਨ ਨੂੰ, ਉਹ ਮਨ ਤੇ ਨੇੜੇ ਹੀ ਕੋਈ ਨਹੀਂ ਹੈ। ਸੋ ਇਹ ਜਿਹੜਾ ਹੁਕਮ ਹੈ, ਪ੍ਰਾਨ ਮਨ ਤਨ ਜਿਨੇ ਦਿਆ ਹਿਰਦੇ ਕਾ ਆਧਾਰ, ਰਹਾਉ ਦਾ ਵਿਸ਼ਾ ਹੈ। ਫਿਰ ਇੱਕ ਹੋਰ ਅਰਜ਼ ਕਰਾਂ, ਦੇਖੋ ਨਾਮ ਜਪਣ ਨੂੰ ਬਾਰ-ਬਾਰ ਹੁਕਮ ਹੈ ਬਾਣੀ ਵਿੱਚ। ਕੇਵਲ ਇੱਕ ਨਾਮ ਐਸੀ ਚੀਜ਼ ਹੈ, ਅਕਾਲ ਪੁਰਖ ਵਾਹਿਗੁਰੂ ਦੀ ਐਸੀ ਦਾਤ ਹੈ, ਐਸੀ ਬਰਕਤ ਹੈ, ਜਿਹੜੀ ਪੂਰਨ ਪੁਰਖ ਵਾਸਤੇ ਬਹੁਤ ਜ਼ਰੂਰੀ ਹੈ। ਆਮ ਦੁਨੀਆ ਵਿੱਚ ਵਿਚਰਦੇ ਆ, ਸਾਨੂੰ ਕੁਝ ਕੁ ਗੱਲਾਂ ਬਹੁਤ ਲੋੜੀਂਦੀਆਂ ਜਾਪਦੀਆਂ। ਸਭ ਤੋਂ ਪਹਿਲੀ ਗੱਲ ਹੈ, ਹਰ ਬੰਦੇ ਦਾ ਮਨ ਹੁੰਦਾ ਹੈ ਕਿ ਮੇਰਾ ਅਖੀਰ ਤੱਕ ਕੋਈ ਸਾਥੀ ਹੋਵੇ ਜਿਹੜਾ ਕਦੇ ਵਿਛੜੇ ਨਾ। ਦੂਸਰਾ ਪੜਾ ਹੁੰਦਾ ਹੈ, ਉਸ ਦੇ ਜੀਵਨ ਵਿੱਚ ਉਹ ਸੋਚਦਾ ਮੇਰੀ ਇੱਜ਼ਤ ਹੋਵੇ, ਦੁਨੀਆ ਜਾਣ ਜਾਏ। ਤੀਸਰੀ ਬੰਦੇ ਦੀ ਬਿਰਤੀ, ਬੰਦੇ ਦੀ ਸੋਚ ਹੁੰਦੀ ਹੈ ਮੈਨੂੰ ਕੋਈ ਦੁੱਖ ਨਾ ਵਿਆਪੇ। ਤੇ ਚੌਥੀ ਗੱਲ ਫਿਰ ਅੱਗੇ ਜਾ ਕੇ ਆ ਜਾਂਦੀ ਹੈ, ਮੈਨੂੰ ਕੋਈ ਰੋਕ ਨਾ ਪਾ ਸਕੇ, ਕੋਈ ਮੈਨੂੰ ਕਾਬੂ ਨਾ ਕਰ ਸਕੇ, ਮੈਂ ਬੇਖੌਫ ਤੁਰਦਾ ਰਵਾਂ। ਤੇ ਪੰਜਵਾਂ ਆਖਰੀ ਹੁੰਦਾ ਹੈ ਕਿ ਜਦੋਂ ਮੈਂ ਜਾਵਾਂ ਦੁਨੀਆ ਤੋਂ ਤੇ ਮੈਨੂੰ ਸਫਲਤਾ ਜ਼ਿੰਦਗੀ ਦੀ ਮਿਲੇ। ਇਹਨਾਂ ਸਾਰੀਆਂ ਹੀ ਜ਼ਰੂਰਤਾਂ ਨੂੰ ਕੇਵਲ ਤੋਂ ਕੇਵਲ ਅਗਰ ਕੋਈ ਪੂਰਾ ਕਰਦਾ, ਉਹ ਨਾਮ ਪੂਰਾ ਕਰਦਾ। ਇੱਕੋ ਨਾਮ ਹੈ ਜਿਹੜਾ ਸਭ ਕੁਝ ਦੇ ਸਕਦਾ ਹੈ। ਅੱਜ ਦੁਨੀਆ ਤਾਈਓ ਤੇ ਕਈ ਲੋਕਾਂ ਨੂੰ ਇੱਜ਼ਤ ਚਾਹੀਦੀ ਹੈ, ਉਹ ਰਾਜਨੀਤੀ ਕਰਦੇ ਫਿਰਦੇ ਲੋਕਾਂ ਦੇ ਮਗਰ ਤੁਰਦੇ ਆ। ਕਈ ਲੋਕਾਂ ਨੂੰ ਸਾਂਝ ਚਾਹੀਦੀ ਹੈ, ਉਹ ਤਗੜੇ ਅਮੀਰ ਖਾਨਦਾਨ ਪਰਿਵਾਰਾਂ ਨਾਲ ਰਿਸ਼ਤੇਦਾਰੀਆਂ ਗੰਢਣਾ ਚਾਹੁੰਦੇ ਨੇ। ਕਈ ਦੁੱਖ ਸੁੱਖ ਤੋਂ ਦੂਰ ਰਹਿਣਾ ਚਾਹੁੰਦੇ ਨੇ, ਉਹ ਖਾਲੀ ਸਰੀਰ ਨੂੰ ਪਾਲਣ ਤੇ ਲੱਗੇ ਹੋਏ ਆ। ਕਈ ਲੋਕ ਕਹਿੰਦੇ ਨੇ ਮੇਰਾ ਕੋਈ ਜ਼ਿੰਦਗੀ 'ਚ ਵਿਘਨ ਨਾ ਪਵੇ, ਉਹ ਵੀ ਅਹੁਦੇਦਾਰਾਂ ਨਾਲ ਜਾ ਕੇ ਸਾਂਝ ਪਾਣਾ ਚਾਹੁੰਦਾ ਵੀ ਉਹ, ਕਿਉਂਕਿ ਦੁਨਿਆਵੀ ਤਲ ਤੇ ਸੋਚਦਾ ਹੈ। ਔਰ ਆਖਰੀ ਪੜਾ ਹੈ ਕਿ ਮੈਨੂੰ ਰੱਬ ਦੇ ਘਰ ਵਿੱਚ ਵੀ ਸਹਾਰਾ ਮਿਲੇ। ਤੇ ਸਾਧ ਸੰਗਤ ਤੋਂ ਕਦੇ ਕਦਾਈ ਮੱਥਾ ਵੀ ਟੇਕ ਜਾਂਦਾ ਹੈ। ਪਰ ਇਹਨਾਂ ਸਾਰੀਆਂ ਮਿਹਨਤਾਂ ਤੋਂ ਉੱਪਰ ਉੱਠ ਕੇ ਸਾਰਿਆਂ ਦਾ ਇੱਕੋ ਇੱਕ ਰਸਤਾ ਹੈ ਸਫਲਤਾ ਦਾ, ਉਹ ਹੈ ਅਕਾਲ ਪੁਰਖ ਦਾ ਨਾਮ। ਹੁਣ ਗੁਰਬਾਣੀ ਪੜੋ। ਪਹਿਲੀ ਗੱਲ ਹੁੰਦੀ ਹੈ ਬੰਦੇ ਦੀ, ਕੋਈ ਮੇਰਾ ਸਾਥੀ ਹੋਵੇ ਜਿਹੜਾ ਅੰਤ ਤੱਕ ਨਿਭੇ। ਤੇ ਗੁਰੂਦੇਵ ਕਹਿੰਦੇ ਨੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਦੂਸਰਾ ਪੜਾ ਹੈ ਕਿ ਮੇਰਾ ਇੱਜ਼ਤ ਮਾਣ ਵਾਲਾ ਰੁਤਬਾ ਬਣ ਸਕੇ। ਤੇ ਗੁਰੂਦੇਵ ਕਹਿੰਦੇ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤੋ ਚੋ ਗੁੰਟ ਮਾਨੈ। ਉੱਥੇ ਵੀ ਨਾਮ ਤੋਂ ਬਿਨਾ ਗੱਲ ਤੇਰੀ ਜਿਹੜੀ ਹੈ ਉਹ ਬਣਨੀ ਨਹੀਂ ਬੰਦੇ, ਜੇ ਨਾਮ ਨਾ ਜਪਿਆ। ਤੀਸਰਾ ਹੈ ਮੈਨੂੰ ਕੋਈ ਦੁੱਖ ਸੁੱਖ ਨਾ ਵਿਆਪੇ। ਤੇ ਗੁਰੂ ਬਾਬਾ ਜੀ ਕਹਿੰਦੇ, ਦੁੱਖ ਤਦ ਜਦ ਵਿਸਰ ਜਾਵੇ। ਦੁੱਖ ਲੱਗਦਾ ਹੀ ਉਦੋਂ ਜਦੋਂ ਨਾਮ ਭੁੱਲਦਾ ਹੈ। ਪਰਮੇਸ਼ਰ ਤੇ ਭੁੱਲਿਆ
व्यापन सभे रोग, बेमुख होए राम ते लगन जन्म विजोग, खिन में कोड़े होए गए जितड़े माया भोग। चौथा है मेरे रस्ते विच कोई रोक ना पवे। ते बाबा जी ने जिक्र किया है, मन्नै मार्ग ठाक ना पाए, मन्नै पथ स्यों प्रगट जाए। जे मार्ग के गने जाहे ना कोसा, हर का नाम उहाँ संग तोसा। जे पैंडे मां अंध गुबारा, हर का नाम संग उजियारा। जहां पंथ तेरा को ना सियानो, हर का नाम तै नाल पछानो। तेरे नाम है, तेरी पछाण है, तेरा रुतबा है। ते आखिरी पड़ा आ गया जदों पंजवीं पौड़ी ते जाके कहंदा है कि मैनू रब दे दरबार अंदर अभेदता मिले, मेरा आवागमन कटिया जावे। ते प्यारिया उत्थे भी केवल नाम ने तैनू छुड़ाउणा है, उत्थे भी जप के तू अभेद हो सकदा है। हर को नाम सदा सुखदाई, जाको सिमर अजामल उधरियो, गन का हुगत पाई। पंचाली को राज सभा में राम नाम सुध आई, ताको दुख हरियो करुणा में अपनी पैज बढ़ाई। राम सिमर, राम सिमर, ए है तेरा काज है। माया को संग त्याग, प्रभु जू की शरण लाग। जगत सुख मान मिथ्या, झूठो सब साज है। सो इन्हां पंजे खाहिशां दा, इच्छावां दा इको एक हल दिता गुरु बाबे दी बाणी ने। वो दिता है तू नाम जपिया कर, क्योंकि नाम के धारे सगले जंत, नाम के धारे खंड ब्रह्मंड। उस नाम नू जपण दी हिदायत है। फिर गुरु बाबा जी पहले बंद विच समझाउंदे ने सानू, संच हर धन पूज सतगुर छोड़ सगल विकार। संच इकट्ठा कर, हर धन वाहिगुरु दे नाम रूप धन, क्योंकि इस धन ने तेरे नाल ने बनाया। जिनके पल्ले धन बसै तिनका नाम फकीर, जिनके हृदय तू बसै ते नरगुणी गहीर। नाम तुल कछ अवर न होए, नाम दे बराबर कोई शै, कोई धन, कोई रुतबा नहीं पहुंचता। केवल तो केवल वाहिगुरु जी का नाम जप लै, क्योंकि जिन्हां ने जपिया है, जिन सेविया तिन पाया मान। नानक गावीऐ गुणी निधान। उस गुणी निधान रूप नाम धन नू इकट्ठा कर। संच हर धन पूज सतगुर छोड़ सगल विकार। ते विकार छड्ड दे, मन दे ख्याल छड्ड दे। मन विच उठण वालियां इच्छावां, मन विच उठण वाले लोभ लालच, मन विच आउण वाले माड़े ख्यालात, इन्हां दा त्याग कर दे। छाड़ छोड़ सगल विकार, जिन तू साज सवारिया, हर सिमर होए उधार। पातशाह जी कहंदे जिस रब ने तैनू साज के, जिस रब ने तैनू सवारिया है, शिंगारिया है, हर सिमर उस हरि दा जाप कर, होए उधार। तेरा पार उतारा सौखा हो जाएगा, तेरा भवजल चो बेड़ा जीवन दा पार लंघ जाएगा। हुण ये बचन ते आपां सुखमनी साहब विच रोज पढ़दे आ। रमैया के गुण चेत परानी, कवन मूल ते कवन दृष्टानी। जिन तू साज सवार शिंगारिया, गर्भ अगन में जिन्हें उबारिया। बार व्यवस्था तुझे प्यारे दूध, भर जोबन भोजन सुख सूध। बिरद भया ऊपर साक सैन, मुख अप्याओ बैठ को दैन। ये उस मालिक दे गुण दसे ने भी इस करके जाप। जिथों विचार आरंभ किए सन कि नाम जपण वाले बच्चे नूं आखो ते तर्क करदा है भी बापू मैं क्यों आखना वाहिगुरू, ते उसनूं समझाओ पुत्तर थैंक्स करीदा हुंदा है। अज ते बच्चिआं नूं पढ़ाउंदे आ असीं मोरल वैल्यूज़ दे विच, वैसे ते खत्म हुंदे जा रहे ने। नैतिक सिक्ख्या साडे जीवन चों आउण वाली पनीरी चों गुम हुंदी नज़र आ रही है।
ਪਰ ਇੱਕ ਬਹੁਤ ਅਹਿਮ ਅਸੀਂ ਸਮਝਦੇ ਹਾਂ ਵੀ ਬੱਚੇ ਨੂੰ ਗੱਲਾਂ ਸਿਖਾਈਆਂ। ਕੋਈ 5 ਰੁਪਏ ਦੀ ਚੋਕਲੇਟ ਵੀ ਦਿੰਦਾ ਤੇ ਜੇ ਬੱਚਾ ਥੈਂਕਸ ਨਹੀਂ ਕਰਦਾ ਤੇ ਕਹਿੰਦੇ ਬੱਚੇ ਇਹ ਚੰਗਾ ਨਹੀਂ ਹੁੰਦਾ, ਇਹ ਬੈਡ ਮੈਨਰਸ ਨੇ। ਤੂੰ ਕੀ ਕਰ, ਥੈਂਕਸ ਬੋਲ। ਤੇ ਜਿਸ ਦਾਤੇ ਨੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਸਾਨੂੰ ਕਿ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਤੂੰ ਕਦੇ ਵਿਚਾਰ ਕੀਤੀ ਹੈ ਵੀ ਰੱਬ ਨੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਤੋਂ ਕਿੱਡਾ ਸੋਹਣਾ ਤੇਰਾ ਸੋਹਣਾ ਸਰੀਰ ਤਿਆਰ ਕੀਤਾ? ਤੂੰ ਕਦੇ ਸਰੀਰ ਬਣਾਉਣ ਵਾਲੇ ਦਾ ਥੈਂਕਸ ਕੀਤਾ? ਗਰਭ ਅਗਨ ਮੈਂ ਜਿਨੇ ਉਬਾਰਿਆ, ਜਿਸ ਨੇ ਮਾਂ ਦੇ ਗਰਭ ਵਿੱਚ ਤੈਨੂੰ ਬਚਾਇਆ, ਸੰਭਾਲਿਆ, ਪ੍ਰਤਪਾਲਿਆ। ਬਾਰ ਵਿਵਸਥਾ, ਜਦੋਂ ਬਚਪਨਾ ਸੀ ਤੇਰਾ, ਤੁਝੇ ਪਿਆਰੇ दूध, तेरी खुराक केवल दुध सी, परमेश्वर ने माता दे राही वो भी तेन मुहैया कराया। भर जोबन भोजन सुख सूद, जदों बड़ा होया जवानी दी दहलीज ते आया, तैनू भोजन ते तरह तरह के पदार्थ जेड़े खाण नूं वो रब ने पैदा किए होए सन, तेरे इत्थे आण तो पहला इंतजाम किया होया सी। फिर बिरध भया उपर साख सैन, जदों बुजुर्गी च आया उदों तेरे बच्चे, तेरे पोतरे दोतरे तेरी सेवा विच रब ने मुहैया कराए, तैनू भेजे ने, तेरी सेवा विच लगाए हुए ने। मुख अपे आओ बैठको दैन, तैनू बैठे नू ही भोजन छकाउंदे ने। इत्थे मैं थोड़ी जी समाजिक एक गल सांझी करदे हां। जेड़े नौजवान बच्चे अज गुरबाणी ते पढ़दे है पर उन्हां दे वड्डे वडेरे उन्हां दे घर तो बाहर ने, ते ओ इस बाणी तो सिक्ख्या लैण के बापू ने बचन कीता बाणी च कि बिरध भया ऊपर साक सैन, मुख अपे आओ बैठको दैन। ये तेरा जिम्मा बनदा है। ते जे ये बिरती ये सोच हर मनुख दी बने कि रब ने जिथे माता पिता नू दादा दादी नू बचपन तो पालदे आ एक तरतीब विच लिआंदा है, ते मेरी भी जिम्मेवारी लाई है, मैं उन्हां दी सेवा विच हिस्सा पावां, क्योंकि रब ने मेरी ड्यूटी लाई है उन्हां दे घर जन्म दे के। पर अज उल्ट है, अज बुजुर्ग साडे ओल्ड एज होम विच पए हुंदे है, मत्था ते टेकदा, दान पुन्न भी बड़े करदा, बड़ियां अरदासां कराउंदा है, बड़े चढ़ावे चढ़ाउंदा है। पर खिमा करियो, भाई गुरदास जी कहते ने माँ प्यो पर हर सुनै बेद, भेद ना जाने कथा कहानी। अपने माता पिता नू छड्ड के जितने मर्जी वेद शास्त्र ग्रंथ पढ़ लै, तू तैनू एक अखर भी समझ नहीं पैना ते तेरी जिंदगी बदल नहीं सकेगी। सब तो पहली सेवा जिहड़ी है वो घरों शुरू कर। गुरुद्वारे पतीले मांजदा है, आके बाल्टियां धोना है, लंगर बरताना, मुबारक है, सिख दा करम है सेवा। पर घर विच बैठे बुजुर्ग बापू नूं एक गिलास पानी अगर ना दिता, इत्थे पूरा दिन शबील ते तू जल वरताया है, सच जानी तेरा एक तुबका भी सेवा च किते लगना जिहड़ा बापू घर तड़फदा फिरदा। सो ये बाणी का सिद्धांत है, ये समाज नूं भी संवारदा है, ये परिवार नूं भी संभालदा है, ये संसार नूं भी संभालदा है, ते ये साडे अध्यात्मक रस्ते दी सोझी बख्श के निरंकार दे देश अपनाउंदा है। इसनूं असीं केवल मंत्र बना लिया भी जप जी दे मैं 10 पाठ करने, इसलिए इत्थे बचन गुरु का जिन तू साज सवारिया हर सिमर होए उधार। ओ जिस रब ने, जिस मालिक ने बंदे तैनू साज के सवारिया है, शिंगारिया है, तेरा फर्ज है उसदा सिमरन कर। काम क्रोध अहंकार माते व्यापिया संसार। जदों बंदे दे जीवन विच संसारी जगत दी पकड़ बन गई, दुनिया वाला प्रभाव पै गया, जदों मन ने दुनिया दी शोभा नूं, दुनिया दीयां गल्लां नूं पकड़ लिया, वो केवल तो केवल दुनिया के प्रभाव विच आ गया, गुरु नूं छड्ड बैठा, उदों की हुंदा है तेरे उत्ते काम क्रोध अहंकार माते, ये सारा कुछ तेरे उत्ते असर पाएगा। काम ने भी तेरे उत्ते असर पाना है, क्रोध ने भी तेरे उत्ते असर पाना है, लोभ ते मोह ने भी तेरे उत्ते असर पाना है, क्योंकि तू जगत तो खुश, जगत नूं खुश करने वास्ते जगत विच गलतान है, दुनिया विच गलतान हो गए हैं। काम क्रोध अहंकार माते
व्यापिया संसार, पौ संत शरणी लाग चरणी, मिटै दुख अंधार। गुरुदेव कहते ने गुरु की शरण पै जा, पौ पै जा, संत शरणी, संत शब्द गुरु वास्ते है। तू गुरु की शरण पै जा, गुरु दे चरनी लग, मिटै दुख अंधार। ते गुरु दे चरना नाल जुड़ के तेरे जीवन चो दुख ते हनेरा, हनेरे कारण दुख ने, हनेरा ज्ञानता है, वो सब मिट जाएगा। इको ढंग है, दुख रोग संताप उतरे, सुनी सच्ची बन, गुर चरण लागे, दिन सुभागे, अपना पिजा पै। गुरु अमरदास साहब, तू गुरु दे चरना नाल जुड़ना है, ते गुर के चरण जी का निस्तारा। और जिन्हां ते गुरु तरस करदा है, गुर पूरे चरनी लाया, हर संग सहाई पाया। फिर बरकत कितनी है, जय जाइए तहां सोहेले, कर कृपा प्रभ मेले, हर गुण गावो सदा सुभाई, मन चिंदे सगले फल पावो, जी कै संग सहाई, नारायण प्राण आधारा, हम संत जनारे नारा, पतित पुनीत कर लीने, कर कृपा हर जस दीने। क्या बरकत है उस नाल जुड़न दी, वेखो पतित नूं पुनीत करदा है, चरना दा आसरा दे के इस जगत जलंदे चो पार लगाउंदा है। ऐसे गुरु दे नाल जुड़न दी हिदायत करदे ने, पौ संत शरणी लाग चरणी, मिटै दुख अंधार। अंधार हनेरा तेरे जीवन विचों मिट जाएगा, ते फिर दुख दूर हो गए। ते दुख दूर करन दी जुगत गुरु ने दिती है, दुख भंजन तेरा नाम जी। जो रहाओ है, जप मन नाम एक अपार, दुख भंजन तेरा नाम। 8 पहर आराधियां पूरन सतगुर ज्ञान, पर जपना तू गुरु दे ज्ञान दे द्वारा ही है। जेड़ा सिमरन तक टिकिया वो कहता ले बाणी की लोड़ नहीं, बाणी तो इको गल आखदी नाम जपो। ते गुरु प्यारे, फिर बाबा जी ने एडा वड्डा जहाज, ज्ञान का भंडार, गुणा का भंडार, सूरजां दा सूरज बख्शिश किया सन। इस दे चानण दे विचों, इस दे सोमे गुरु ज्ञान विचों कुछ अंश लै ते अपने जीवन नूं रोशना चानण विच लिया। नहीं तो जपिया होया भी कई बारी अंकार नूं जन्म दिंदा है, क्योंकि मन नहीं सुनदा ना। जुबान चलदी है, घंटे बद्धी बैठदियां ते मन दूर है, ते रसना तो जपण दा भुलेखा पैदा हुंदा भी मैं तो इन्नी देर तो वाहिगुरू वाहिगुरू कह रहा। बनाई जा रोटी, जे खाएगा नहीं तो ताकत नहीं मिलनी प्यारे। जे को खावे जे को पहुंचे, बार बार इस गल नूं दोहराया करो। अपने मन नूं सुनाना है आपां। ते गुरु बाबा जी कहंदे मन नूं सुनाण लई तैयार कौन करदा? गुरु। भगत कबीर जी का बचन पढ़ते हैं ना, क्या पढ़ी है क्या गुनी है, क्या वेद पुराना सुनी है, पढ़े सुने क्या होई, जो सहज ना मिले हो सोई। हुण असी कहिए मैं तो समाधि ला के बैठा, मेरा तो चौकड़ा ही 8 घंटे का जी, मैं तो खोलता ही नहीं चौकड़ा। इस तो वड्डा सहज की है? असल विच सहज मन दा है। शरीर ते टिकिया तेरा, मन नहीं टिकदा ते फिर कोई लाभ नहीं प्यारे। बाबा कबीर साहब इस करके कहते ने, अंधियारे दीपक चाहिए, एक बस्त अगोचर लईए, बस्त अगोचर पाई, घाट दीपक रहा समाई, कह कबीर अब जानिया, जब जानिया तो मन मानिया। ते फिर निर्णय देता मन माने, लोग ना पतीजै ना पतीजै तो क्या कीजै। ये जिहड़ी गल इत्थे आपां हुणे पढ़ी है गुरु की अमृत बाणी विचों, कि जदों तेरे ते दुनिया का असर रहेगा, व्यापिया संसार, ते तू काम क्रोध अंकार विच ही मस्त रहेगा। पर जदों मन मन जाएगा, फिर दुनिया की आखदी है ये परवाह नहीं करेगा। फिर बोलेगा कोई भला कहो भावें बुरा कहो। क्यों कहेगा, क्यों आखेगा, क्यों अंदर भाव जागणगे? क्योंकि समझ आ जाएगी अब हम चली
ठाकुर पे हार। जब हम शरण प्रभु की आई, राख प्रभु भावें मार। फिर ते सोझी गुरु के बचना तो मिलेगी, लोकन की चतुराई उपमा ते बैसंतर जार। साड़ देना की कहते ने लोग, छड़ दे। ये सोच गुरु की खुशी किवें मिलती है जे ये सोचते ते गुरु अमरदास साहब कुड़माचारी विच गागर ना ढोंदे प्यारे हो। जे दुनिया की शोभा दुनिया का माण सोचते, कल नूं जिस बापू नूं आपां याद करना है, सोडी सुल्तान पातशाह धन धन रामदास गुर जिन सिरिया तिने सवारिया, ओ सच्चे पातशाह धन गुरु रामदास साहब जी जे सोचते दुनिया की कि आप मेरे वास्ते बिरती होवेगी, मैं क्यों जमाई हो के इत्थे टोकरी ढोवां। ते साध संगत ओ गुरु रामदास साहब की पदवी अज सोडी सुल्तान बापू का नाम जिहड़ा लिया जाता है, शायद ही कोई जानदा। उत्थे आपा त्याग दिता, उत्थे होमे छड़ दिती, उत्थे परवाह छड़ दिती, लोग की कहणगे नहीं। उत्थे असीं मेरे गुरु की खुशी किवें मिलेगी। मैं सेवक हाँ। सो गुरु बाबा जी कह रहे ने, सत संतोख दया कमावे ए करनी सार। सार दा अर्थ हुंदा श्रेष्ठ, उत्तम। कहंदे ये सब तो उत्तम श्रेष्ठ करनी है कि सत दान, संतोख सबर, दया। किसे वास्ते अंदर पीड़ा होनी ते दर्द उदों हुंदा है, अपने वास्ते हुंदा ना। हुण मीह पैंदा होवे, साडा बच्चा किते बाहर निकल जे बिना छाते तो, माता पिता दोनों ही लै ये गिला हो गया, ये बीमार हो जाएगा। ते दुनिया का बच्चा बिना कपड़ियां तो किसी का फिरदा होवे, सानू परवाह नहीं, समझ लेना साडे च अपने लिए ते दया है, बाकी नहीं कोई नहीं। पर गुरु का सिख होवे, वो आप प्रशादा छकण तो पहलों आवाज मारदा सी ना। पहला भी सिख आवाज मारदा, अज भी गुरु का लंगर तैयार है। ते गुरु की मर्यादा विच भाई गुरदास साहब जी जाफा करके वो बोल लिखते ने कि किरत विरत कर धर्म दी लै प्रसाद आन वरतंदा, गुरसिखां नूं दे कर पिछों बचिया आप खवंदा। बाबा नानक ने परोपकारी जीवन दिता है गुरसिख नूं। वो पहला वरतांदा है, अणहोंदा आप वंडाए, को ऐसा भगत सदाए, एक फिक्का ना गालाए, सबना मैं सच्चा धनी, हियाओ ना कही ढाए, मानक सब अमोल वे। ये शरीर नहीं वेखदा, रिश्ते नहीं वेखदा, वो देखदा मेरा पिता मेरा मालक, सबना मन मानक ढाहण मूल मचांगवा। जे तू प्यारे दी सिख तां हियाओ ना ढाहे कहीं दा। वो किसी का दिल नहीं दुखांदा, क्योंकि उसनूं पता है इस विच भी मेरा प्रीतम बैठा है। फिर सारे ही सबना का माँ प्यो आप है, एक पिता एक असके हम बारिक। ये सब कुछ सोझी हो जाती है कि सब का पिता एक, असीं भैण भरावां विच रूप विच। फिर दर्द होएगा सारी मानवता नहीं, और जिस दे अंदर दर्द है वो दया वाला है, और जिस दे अंदर दया है धर्मी भी वही जे। एक गल याद रखे, तो होल धर्म दया का भूत। जे दया नहीं तो धर्म का लिबास हो सकता, धर्म ही नहीं हो सकता। बाबा नानक जी धन गुरु अर्जन साहब जी के रूप में जिहड़ा अज सिद्धांत दे रहे ने, सत संतोख दया कमावे एह करनी सार, आप छोड़ सब होए रेना, जिस दे प्रभ निरंकार। वो आपा छड़ दिंदा है, सब दी रेण हो जाता है। रेण का अर्थ है धूड़, निमरता का गुण है। रेण का भाव ये नहीं भी असी धूड़ ते इकट्ठी करते हैं, जोड़े घर चों ते मत्थे नूं भी लाउने आ, पर जे कोई थोड़ी जी गल करे भी भरा परा होई ते औखा हो जे, फिर वो धूड़ मत्थे लाने का क्या लाभ है तेरा। ये ते निमरता का सूचक होंदा है कि मैं तुहाडे चरनां दी धूड़ हाँ जी। भाव इतनी निमरता लैके अपने अंदर। बाबा कबीर साहब के श्लोक पढ़ते हैं ना, कबीर रोड़ा हेरो बाट का तज मन का बमान। ये पड़ा ने निमरता वास्ते। तू रस्ते च आ जा, निमाना हो जा। पर फिर कहते रोड़ा हुआ तो क्या भया, पंथी को दुख दे थोड़ा जा, जे अहंकार है तेरे बिच। फिर कहते ने खे हो जा, खे हो गई तो फिर कहते ने वो भी मैला कर दी है। फिर पानी हो जा, कहते पानी भी सीरा ताता ठंडा गर्म होंदा है सुभाव के मुताबक। फिर अखीर गल आई, हर जन ऐसा चाहिए जैसा हर ही होए। हुण रब दा गुण की है,
ਕੋਈ ਬੁਰਾ ਕਹੇ, ਕੋਈ ਭਲਾ ਕਹਿੰਦਾ ਹੈ ਉਸ ਨੂੰ, ਕੋਈ ਜਪਦਾ, ਕੋਈ ਬਿਲਕੁਲ ਵੀ ਨਹੀਂ ਜਪਦਾ, ਲੇਕਿਨ ਉਹ ਬਰਕਤਾਂ ਦੇ ਹੀ ਜਾਂਦਾ ਸਭ, ਉਹ ਸਭ ਨੂੰ ਰਹਿਮਤਾਂ ਦੇ ਰਿਹਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ ਪੜ੍ਹਨੇ ਆ ਨਾ ਸਵਈਆਂ ਵਿੱਚ, ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮ ਨੰਗਾਰੈ, ਪਛ ਪਸ਼ੂ ਨਗ ਨਾਗ ਨਰਾਦਬ, ਸਰਬ ਸਮੈ ਸਭ ਕੋ ਪ੍ਰਤਪਾਰੈ, पोखत है जल में थल में पल में कल के नी करम विचार है। अगली पंक्ति च कहते दीन दयाल दया निध, अगे है दोखन देखत है पर देत ना हारै। वो देखदा साडे अवगुण चंगे मंदे सब देखदा, पर दाता देणों हथ नहीं रोकदा। ये है एक दयावान पुरुष की निशानी भी, इस तो मैनू कोई लाभ है नहीं है, वो सब नूं दे रहा है, जो है वो वंड रहा है। ये है धर्मी, पर यह अवस्था किस नूं मिलदी है? कहंदे ने गुरु पातशाह, जिस दे प्रभ निरंकार, जिसनूं रब जी अपना नाम ते मन नूं सहज बख्शदे ने, असल विच ओ मनुख ही आपा त्यागण जोग बनदा है। आखिरी बंद विच कहंदे ने, जो दिसै सो सगल तू है, पसरिया पासार। उसनूं इतना विश्वास बनदा है जपण वाले नूं, इतना भरोसा मालक जी अपनी किरपा नाल बना दिंदे ने कि जो कुछ भी उसनूं दिसदा है वो सब कुछ वाहिगुरु तेरा ही है। जो दिसै सो सगल तू है। गुरबाणी विच बेअंत ऐसे वचन ने जिहड़े रब जी दी होंद बारे सानू समझाउंदे ने। जह जह पेखो तह हजूर, दूर कतू ना जाए, रब रहा सर्वत्र में, मन सदा ते आई, ई तूत नहीं बिछुड़े सो संगी गनी है, बिना सजाए जो निमक में सो अलप सुख भनी है। उस रब दा गुण है प्रतपाल है, अपे आओ दे कचूर ना होई। सो कहंदे जो दिसै सो सगल तू है, ईबै बिठल उबै बिठल, बिठल बिन संसार ने। गुरु कलगीधर पातशाह भी कहंदे ने कि जले हरि थले हरि, जिमी जमान भी कह समस्त एक जोत है, ना बाढ़ है ना घाट है, ना घाट बाढ़ होत है, ना घटदा है ना वधदा है, समाया होया है। फिर कहंदे ने जो दिसै सो सगल तू है, पसरिया पासार। ये सारा पसारा वाहिगुरु जी दा, ये उसनूं सोझी हो जाती है। कहो नानक गुर भरम काटिया, सगल ब्रह्म विचार। ऐसी बरकत मिलती है उसनूं, उसदे जीवन चो भरम मैं वाले अंकार वाले दुनिया दे दर्शाए हुए लोगों के रस्ते दे भरम कट्टे जाते हैं। वहमां तो उपर उठदा है, सच रस्ते दा पांदी होके इस गल नूं समझ जाता है, विचार नूं पकड़ लैंदा है कि सबना दे अंदर वो आप है। सो गुरु पिता जी ने अज दे इस मुबारक हुक्म दे बचन दे राही जो हुक्म जो कृपा की है ना, सानू जो हुक्म करके समझाया है वो ये है कि संच हर धन, पूज सतगुर, छोड़ सगल विकार। तू वाहिगुरु दा जाप कर, गुरबाणी नूं आधार बना, नाम दा सिमरन कर लै। जुबान तो जपना जरूर है क्योंकि तरीका यही है, लेकिन कन्ना राही सुन के मन नूं सुना। अगर तू बोलदा मन नहीं टिकया फिर ये तेरा कर्म अधूरा रह जाएगा। सतगुरु कृपा करन, सोझी बख्शन सानू, साडा भी जीवन चंगा बन सके। अज भाई तारू सिंह जी का जन्मदिन है, 1720 विच उन्हां दा जन्म होया। और अज कौम जिहड़ी है उन्हां नूं याद करदी अरदास भी, जिन्हां ने अपने जीवन विच खोपरियां लुहाइयां, वो महापुरुष आत्मावां गुरु भरोसे इतना सिदक पाल के गए। उन्हां दी भी वधाई होवे आप सारियां नूं। होइयां बेअंत भुलां ना चितारनियां, फतेह दी सांझ पाओ। वाहिगुरु जी का खालसा, वाहिगुरु जी की फतेह।